ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ। ਆਸਾ ਜੀ ਦੀ ਵਾਰ ਦਾ ਪਾਵਨ ਕੀਰਤਨ ਹੋਇਆ। ਵਡਭਾਗੀ ਗੁਰਮੁਖਾਂ ਨੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਅੰਮ੍ਰਿਤ ਬਾਣੀ ਨੂੰ ਗਾ ਸੁਣ ਕਰਕੇ ਭਾਰੀ ਲਾਹਾ ਪ੍ਰਾਪਤ ਕੀਤਾ ਹੈ। ਗੁਰੂ ਪ੍ਰੇਮੀਓ, ਹੁਣ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਜੋ ਇਸ ਸਥਾਨ ਤੇ ਚੱਲ ਰਹੀ ਹੈ, ਇਹ ਪਾਵਨ ਕਥਾ ਸੁਣ ਕਰਕੇ ਆਓ ਆਪਾਂ ਹੋਰ ਵੀ ਲਾਹਾ ਖਟੀਏ। ਭਗਤ ਕਬੀਰ ਜੀ ਦੇ ਪਾਵਨ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੈ। ਪਿੱਛੇ ਆਪ ਜੀ ਨੇ ਇਹ ਪਾਵਨ 35 ਸ਼ਲੋਕ ਜੋ ਹਨ ਗਿਆਨੀ ਸਿੰਘ ਜੀ ਦੀ ਰਚਨਾ ਤੋਂ ਸਰਵਣ ਕੀਤੇ ਹਨ। ਆਓ ਹੁਣ ਅੱਗੇ ਅੱਜ 36ਵੇਂ ਸ਼ਲੋਕ ਤੋਂ ਆਪਾਂ ਕਥਾ ਪ੍ਰਾਰੰਭ ਕਰਦੇ ਹਾਂ। ਜਿਵੇਂ ਸਤਿਗੁਰੂ ਕਿਰਪਾ ਕਰਕੇ ਭਗਤ ਜੀ ਦੀ ਰਚਨਾ ਤੋਂ ਇਹ ਪਾਵਨ ਜੋ ਉਪਦੇਸ਼ ਬਖਸ਼ਿਸ਼ ਕਰਦੇ ਹਨ, ਆਓ ਭਾਈ ਸੁਣ ਕਰਕੇ ਲਾਹਾ ਖਟੀਏ। ਭਗਤਾਂ ਦੀ ਬਾਣੀ ਗੁਰੂ ਕੀ ਬਾਣੀ ਇੱਕ ਰੂਪ ਹੈ, ਅਭੇਦ ਹੈ। ਸਤਿਗੁਰੂ ਜੀ ਨੇ ਇਸੇ ਕਰਕੇ ਹੀ ਇਹ ਪਾਵਨ ਬਾਣੀ ਨੂੰ ਕਈ ਸ਼ਬਦ ਇਹੋ ਜਿਹੇ ਹਨ ਜਿਹੜੇ ਸਾਂਝੇ ਲਿਖੇ ਹਨ। ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾ। ਇਸ ਤਰ੍ਹਾਂ ਕਰਕੇ ਇਹ ਪਾਵਨ ਸ਼ਬਦ ਇੱਕੋ ਹੀ ਰੂਪ ਹੈ, ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਭਗਤ ਜੀ ਕਿਰਪਾ ਕਰਕੇ ਜਿਵੇਂ ਬਖਸ਼ਿਸ਼ ਕਰ ਰਹੇ ਹਨ, ਆਓ ਸਰਵਣ ਕਰੀਏ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਹਾਡ ਜਰੇ ਜਾਂ ਲਾਕਰੀ, ਕੇਸ ਜਰੇ ਜਾਂ ਘਾਸ। ਭਗਤ ਕਬੀਰ ਜੀ ਬਖਸ਼ਿਸ਼ ਕਰ ਰਹੇ ਹਨ ਕਿ ਜਿਵੇਂ ਜਦੋਂ ਜੀਵ ਕੋਈ ਚੜ੍ਹਾਈ ਕਰਦਾ ਹੈ, ਇਹ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਕੀ ਹਾਲਤ ਹੈ। ਕਬੀਰ ਜੀ ਗੁਰੂ ਪਿਆਰਿਓ, ਜਦੋਂ ਕੋਈ ਚੜ੍ਹਾਈ ਕਰਦਾ ਉਹਦੇ ਨਾਲ ਉਹਦੀ ਅਰਥੀ ਦੇ ਸ਼ਮਸ਼ਾਨ ਭੂਮੀ ਤੱਕ ਜਾਂਦੇ, ਕਿਉਂਕਿ ਇਹ ਵੇਖ ਕਰਕੇ ਮਨ 'ਚ ਵੈਰਾਗ ਰਹਿੰਦਾ ਹੈ। ਵੈਰਾਗਮਈ ਮਾਹੌਲ ਵਿੱਚ ਮਨ ਵੈਰਾਗੀ ਹੁੰਦਾ ਹੈ। ਇੱਕ ਦਿਨ ਇਸੇ ਤਰ੍ਹਾਂ ਕੋਈ ਪ੍ਰਾਣੀ ਚਲਾਣਾ ਕਰ ਗਿਆ ਤਾਂ ਉਹਦੇ ਦਾਹ ਵਾਸਤੇ ਨਾਲ ਗਏ। ਮੁਰਦੇ ਨੂੰ ਸੜਦਿਆਂ ਵੇਖ ਕਰਕੇ ਬਾਕੀ ਸਾਥੀਆਂ ਨੂੰ, ਪ੍ਰਾਣੀਆਂ ਨੂੰ ਕਬੀਰ ਜੀ ਨੇ ਵੈਰਾਗਜਨਕ ਉਪਦੇਸ਼ ਬਖਸ਼ਿਆ। ਕਹਿਣ ਲੱਗੇ, ਕਬੀਰ ਹਾੜ ਜਰੇ ਜਿਉ ਲਾਕਰੀ, ਕੇਹ ਜਰੇ ਜਿਉ ਘਾਸ। ਇਹ ਭਾਈ, ਇਸ ਦੇਹ ਦਾ ਹੰਕਾਰ ਕੀ ਕਰਨਾ, ਕਿਉਂਕਿ ਮਰਨ ਪਿੱਛੋਂ ਜਦ ਇਹਨੂੰ ਮਸਾੜਾਂ 'ਚ ਲੈ ਜਾਂਦੇ ਆ ਤੇ ਇਸ ਵੇਲੇ ਇਹ ਹੱਡ ਜਿਹੜੇ ਆ ਲੱਕੜੀਆਂ ਦੇ ਵਾਂਗ, ਜਿਵੇਂ ਲੱਕੜਾਂ ਸੜਦੀਆਂ ਐਵੇਂ ਸੜ ਜਾਂਦੇ ਆ। ਔਰ ਕੇਸ ਜੋ ਹਨ ਘਾਹ, ਸੁੱਕਾ ਘਾਹ ਜਿਵੇਂ ਪੂਲਾ ਸੜਦਾ ਹੈ ਨਾ, ਇਸ ਤਰ੍ਹਾਂ ਸੜ ਜਾਂਦੇ ਆ। हाड़ जले जैसे लकड़ी का तूला, केस जले जैसे घास का पूला।
ਇਹ ਹਾਲਤ ਹੈ ਸਰੀਰ ਦੀ। ਭਗਤ ਜੀ ਕਥਨ ਕਰਦੇ ਹਨ। ਇਹੋ ਜਗ ਜਰਤਾ ਦੇਖ ਕਾ ਭਇਓ ਕਬੀਰ ਉਦਾਸ। ਕਿ ਇਹ ਸੰਸਾਰ ਨੂੰ ਇਸ ਤਰ੍ਹਾਂ ਛੱਡਦਿਆਂ ਵੇਖ ਕੇ ਸਾਡਾ ਮਨ ਉਪਰਾਮ ਹੋ ਰਿਹਾ ਹੈ। ਇਹਨਾਂ ਰੰਗ ਤਮਾਸ਼ਿਆਂ ਵਿੱਚ ਨਹੀਂ ਲੱਗਦਾ, ਇਹ ਵੈਰ ਵਿਰੋਧ ਵਿੱਚ ਨਹੀਂ ਸਾਡਾ ਮਨ ਖਚਿਤ ਹੁੰਦਾ। ਕਿਉਂਕਿ ਕਾਹਦੇ ਲਈ ਕਰਨਾ ਵੈਰ ਵਿਰੋਧ, ਕਾਹਦੇ ਲਈ ਇਹ ਮਨ ਨੂੰ ਰੰਗ ਤਮਾਸ਼ਿਆਂ ਚ ਲਾਉਣਾ। ਇਹ ਤਾਂ ਆਖਰ ਨੂੰ ਸਰੀਰ ਨੇ ਮਿੱਟੀ ਦੀ ਢੇਰੀ ਬਣ ਜਾਣਾ। ਇਹ ਸਰੀਰ ਸੜ ਕੇ ਸੁਆਹ ਦੀ ਚੁਟਕੀ ਰਹਿ ਜਾਂਦਾ। ਇਸ ਕਰਕੇ ਕਾਹਦੇ ਲਈ ਭਾਈ ਇਹ ਮਨ ਨੂੰ ਇਹਨਾਂ ਚੀਜ਼ਾਂ ਵਿੱਚ ਲਾਉਣਾ। ਸਾਡਾ ਮਨ ਉਪਰਾਮ ਹੋ ਰਿਹਾ ਸੰਸਾਰ ਵੱਲੋਂ। ਕਬੀਰ ਗਰਭ ਨਾ ਕੀਜੀਆ ਚਾਮ ਲਪੇਟੇ ਹਾਡ। ਇਸੇ ਤਰ੍ਹਾਂ ਹੰਤਾ ਦੀ ਨਿਵਰਤੀ ਵਾਸਤੇ ਕਬੀਰ ਜੀ ਇਸ ਪ੍ਰਕਰਨ ਨੂੰ ਅੱਗੇ ਕਥਨ ਕਰ ਰਹੇ ਆ। ਕਹਿੰਦੇ ਭਾਈ ਕਾਹਦੇ ਵਾਸਤੇ ਸਰੀਰ ਦਾ ਹੰਕਾਰ ਕਰਨਾ ਹੈ। ਇਹ ਸਰੀਰ ਤਾਂ ਵੇਖੋ ਹੱਡ ਔਰ ਚਮੜੀ, ਖੂਨ, ਨਾੜੀਆਂ ਆਦਿਕ ਦੇ ਉੱਪਰ ਚੰਮ ਨੂੰ ਲਪੇਟਣਾ ਕੀਤਾ। ਚੰਮ ਲਪੇਟ ਕਰਕੇ ਇਹਨੂੰ ਸੋਹਣਾ ਬਣਾ ਦਿੱਤਾ ਹੈ। ਉੱਤੋਂ ਚਿੱਟੇ ਪੋਚੇ ਨਾਲ ਪੋਚਿਆ ਮੁਨਾਰਾ ਸੋਹਣਾ, ਅੰਦਰ ਲਹੂ ਪਾਕ ਮਲ ਮੂਤਰ ਪਰ ਗੰਦਾ ਹੈ। ਇਹੋ ਜਿਹਾ ਇਹ ਜਿਹੜਾ ਮੁਨਾਰਾ ਨਾ ਉੱਤੋਂ ਤਾਂ ਬੜਾ ਸੋਹਣਾ ਇਹ ਚਮੜੀ ਦੇ ਨਾਲ ਪੋਚਾ ਲਾ ਕੇ ਇਹਨੂੰ ਲਪੇਟਿਆ ਪਿਆ ਹੈ। ਅੰਦਰ ਇਹਦੇ ਵਿੱਚ ਕੀ ਆ? ਗੰਦਗੀ, ਲਹੂ, ਮਿੱਝ, ਪਾਕ, ਮਲ ਮੂਤ ਆਦਿਕ ਭਰਿਆ ਪਿਆ ਗੰਦਾ। ਇਹਦਾ ਹੰਕਾਰ ਕੀ ਕਰਨਾ ਹੈ? ਹਵਰ ਉਪਰ ਛਤਰ ਤਰ ਤੇ ਪੁਨ ਧਰਨੀ ਗਾਡ। ਔਰ ਜਦੋਂ ਆਦਮੀ ਕੋਲ ਪ੍ਰਭੁਤਾ ਹੋਵੇ ਨਾ, ਉਸ ਵੇਲੇ ਨਹੀਂ ਕਿਸੇ ਦੀ ਸੁਣਦਾ। ਕਬੀਰ ਜੀ ਫਰਮਾਉਂਦੇ ਹਨ, ਜੇ ਹੈਵਰ ਸ੍ਰੇਸ਼ਟ ਜੋ ਦਰਿਆਈ ਘੋੜੇ ਹਨ, ਇਹਨਾਂ ਦੇ ਉੱਪਰ ਸਵਾਰੀ ਕਰਦਾ ਹੈ। ਸਿਰ ਦੇ ਤੇਰੇ ਉੱਪਰ ਛਤਰ ਝੁੱਲ ਰਹੇ, ਤੂੰ ਛਤਰਾਂ ਦੀ ਛਾਂ ਹੇਠ ਜਾ ਰਿਹਾ ਹੈ, ਫਿਰ ਕੀ ਹੋਇਆ? ਇਹ ਹੰਕਾਰ ਫਿਰ ਵੀ ਨਹੀਂ ਕਰਨਾ ਚਾਹੀਦਾ। ਕਿਉਂਕਿ ਜਦੋਂ ਇਹ ਸਰੀਰ ਛੁੱਟ ਗਿਆ, ਦੇਵੁਨ ਧਰਨੀ ਗਾੜ, ਇਹ ਭਾਵੇਂ ਹੁਣ ਤੂੰ ਦਰਿਆਈ ਘੋੜਿਆਂ ਤੇ ਸਵਾਰੀਆਂ ਕਰ ਰਿਹਾ, ਛਤਰਾਂ ਦੀ ਛਾਂ ਮਾਣ ਰਿਹਾ, ਜਾਂ ਅੱਜ ਦੇ ਸਮੇਂ ਅਨੁਸਾਰ ਕਹਿ ਲਈਏ ਮਰਸਡੀਜ਼ ਜੋ ਗੱਡੀਆਂ ਹਨ, ਲੈਂਡ ਕਰੂਜ਼ਰ ਆਦਿਕ ਵੱਡੀਆਂ ਵੱਡੀਆਂ ਗੱਡੀਆਂ, ਹਵਾਈ ਜਹਾਜ਼ਾਂ ਦੇ ਉੱਪਰ ਤੂੰ ਸੈਰਾਂ ਕਰ ਰਿਹਾ, ਸੋ ਸਪੈਸ਼ਲ ਉਡਾਨ ਭਰ ਕੇ ਭਾਵੇਂ ਤੂੰ ਜਾ ਰਿਹਾ ਹੈ। ਔਰ ਏਸੀ ਜੋ ਹੈ ਏਅਰ ਕੰਡੀਸ਼ਨਰ, ਵਾਤਾਵਰਨ ਜੋ ਅਨੁਕੂਲ, ਜੇ ਠੰਡ ਹੈ ਉਹਦੇ ਵਿੱਚ ਠੰਡ ਤੋਂ ਬਚਾ ਲਈ, ਔਰ ਗਰਮੀ ਹੈ ਤੇ ਉਹਦੇ ਵਿੱਚ ਇਸੇ ਤਰ੍ਹਾਂ ਹੀ ਠੰਡ ਕਰ ਲੈਣਾ। ਪਰ ਇਹ ਵਿਚਾਰ ਕੇ ਵੇਖ, ਆਖਰ ਨੂੰ ਤਾਂ ਇਹ ਜਿਸ ਚਮੜੇ ਨੂੰ ਇੰਨਾ ਸੰਭਾਲਦਾ ਪਿਆ ਹੈ, ਜਿਹਦੇ ਵਾਸਤੇ ਤੂੰ ਇੰਨੇ ਮੋਹ ਕਰ ਰਿਹਾ ਹੈ, ਇਹ ਤਾਂ ਮਿੱਟੀ ਦੇ ਵਿੱਚ ਰਲ ਕੇ ਮਿੱਟੀ ਬਣ ਜਾਏਗਾ। ਕਵੀ ਨੇ ਬੜਾ ਸੋਹਣਾ ਲਿਖਿਆ, ਸਾਵਾ ਘਾਹ ਇਉਂ ਪੈਰਾਂ ਹੇਠੋਂ ਆਖਣ ਲੱਗਾ ਮੈਨੂੰ,
ਤੱਕ ਕੇ ਤੁਰੋਏ ਜਾਵਣ ਵਾਲੇ, ਦਿਸਦਾ ਨਹੀਂ ਕੁਝ ਤੈਨੂੰ। ਅੱਜ ਤੂੰ ਨਸ਼ੇ ਜਵਾਨੀ ਦੇ ਵਿੱਚ ਮੈਨੂੰ ਪਿਆ ਲਿਤਾੜੇ। ਅੱਜ ਤੂੰ ਨਸ਼ੇ ਜਵਾਨੀ ਦੇ ਵਿੱਚ ਮੈਨੂੰ ਪਿਆ ਲਿਤਾੜੇ। ਭਲਕੇ ਤੇਰੀ ਮਿੱਟੀ ਉੱਤੇ ਰੱਬ ਕਾ ਪੈਦਾ ਕਰ ਸੀ ਮੈਨੂੰ। ਕਹਿੰਦੇ ਖਿਆਲ ਕਰ ਕਿਹੜੀ ਚੀਜ਼ ਦਾ ਹੰਕਾਰ ਕਰਨਾ। ਧੰਨ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਗਰਵ ਨਾ ਕੀਜੀਏ, ਇਸ ਕਰਕੇ ਹੰਕਾਰ ਨਹੀਂ ਭਾਈ ਕਰਨਾ ਚਾਹੀਦਾ। ਜੇ ਪਰਮੇਸ਼ਰ ਨੇ ਕੋਈ ਪਿਛਲੇ ਜਨਮਾਂ 'ਚ ਆਪਾਂ ਚੰਗੇ ਕਰਮ ਕੀਤੇ ਆ, ਕੋਈ ਪੁੰਨ ਦਾਨ ਕੀਤੇ ਆ ਤੇ ਸੁੱਖ ਬਖਸ਼ਿਆ ਨਾ। ਇਹ ਮੋਟਰਾਂ ਆਦਿਕ ਗੱਡੀਆਂ ਆਦਿਕ ਦਿੱਤੀਆਂ, ਘੋੜੇ ਦਿੱਤੇ ਆ ਸਵਾਰੀ ਕਰਨ ਨੂੰ, ਫਿਰ ਵੀ ਕਿਸੇ ਗਰੀਬ ਦਾ ਦਿਲ ਨਹੀਂ ਦਿਖਾਉਣਾ ਤੇ ਹੰਕਾਰ ਮਨ 'ਚ ਨਹੀਂ ਲਿਆਉਣਾ। ਫਰਮਾਉਂਦੇ ਹਨ ਅੱਗੇ ਇਸੇ ਪ੍ਰਕਰਨ ਨੂੰ ਕਥਨ ਕਰ ਰਹੇ ਹਨ। ਕਬੀਰ ਗਰਬ ਨਾ ਕੀਜੀਆ, ਉੱਚਾ ਦੇਖ ਆਵਾਸ। ਧੰਨ ਭਗਤ ਕਬੀਰ ਜੀ ਹੰਕਾਰ ਦੀ ਨਿਵਰਤੀ ਵਾਸਤੇ ਇਹੀ ਪ੍ਰਕਰਨ ਅੱਗੇ ਕਥਨ ਕਰ ਰਹੇ ਹੈ। ਇਹ ਭਾਈ ਉੱਚਾ ਆਵਾਸ ਵੇਖ ਕਰਕੇ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਸੋਹਣੇ ਘੋੜਿਆਂ ਦੀ ਗੱਲ ਕੀਤੀ ਨਾ, ਵੇਖ ਵੱਡੇ ਵੱਡੇ ਹੋ ਤੁਰੇ ਹਨ ਜੋਗੀ ਜਾਤੀ ਬ੍ਰਹਮਚਾਰੀ, ਵੱਡੇ ਵੱਡੇ ਛਤਰਧਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ। बड़े बड़े राजन के दावत फिरत देश, बड़े बड़े राजन के दर्भ को दलत है। मान से महीप दलीप कैसे छत्रधारी, बड़ो अभिमान भुज दंड को करत है। दारा से दलीसर दुर्योधन से मान तारी, भोग भोग भूम अंत भूम में मिलत है। ਵੇਖ ਕਿੰਨੇ ਕਿੰਨੇ ਹੋ ਗਏ ਆ ਛਤਰਾਂ ਦੇ ਹੇਠਾਂ ਚੱਲਣ ਵਾਲੇ, ਕਿੰਨੇ ਕਿੰਨੇ ਆਪਣੇ ਭੁਜਦੰਡਾਂ ਦਾ ਹੰਕਾਰ ਕਰਦੇ ਸੀ। ਦੁਰਯੋਧਨ ਕਹਿੰਦੇ ਐਡਾ ਤਗੜਾ ਤੇਜ ਪ੍ਰਤਾਪੀ ਰਾਜਾ ਸੀ ਕਿ ਜਦੋਂ ਉਹਨੇ ਚੱਲਣਾ ਸੋ 12 ਯੋਜਨ ਛਤਰ ਚਲਿਆ ਥਾ। ਬਾਵਨ ਬਾਣੀ ਦਾ ਫਰਮਾਨ ਹੈ ਕਿ 12 ਯੋਜਨ ਤੱਕ ਛਤਰ ਦੀ ਛਾਂ ਹੇਠਾਂ ਚੱਲਿਆ ਸੀ। 12 ਯੋਜਨ ਵੇਖੋ ਕਿੰਨਾ ਬਣ ਜਾਂਦਾ। ਆ ਕੋਈ ਇੱਕ ਕਿਲੋਮੀਟਰ ਦਾ, ਕੋਈ 1 ਮੀਲ ਦਾ, ਕੋਈ 1.25 ਕਿਲੋਮੀਟਰ, 1.5 ਕਿਲੋਮੀਟਰ ਬਣ ਜਾਂਦਾ। ਔਰ 2.5 ਮੀਲਾਂ ਦਾ ਇੱਕ ਕੋਹ ਬਣਦਾ। 2.5 ਕੋਹਾਂ ਦਾ ਸੋ 4 ਕੋਹਾਂ ਦਾ 1 ਯੋਜਨ ਬਣਦਾ। ਇਸ ਪ੍ਰਕਾਰ ਕਿੰਨੀ ਵੱਡੀ ਗਿਣਤੀ ਹੋ ਗਈ, 12 ਯੋਜਨ। 12 ਚੌਕ 48, 48 ਕੋਹ ਤੱਕ ਜਿਹੜੀ ਸੀ ਛਾਂ, ਜੋ ਛਤਰਾਂ ਦੀ ਛਾਂ ਹੇਠਾਂ ਹੀ ਤੁਰਿਆ ਸੀ। ਸੋ ਇਸ ਪ੍ਰਕਾਰ ਨਾਲ ਕਹਿੰਦੇ ਰਾਜੇ ਸਾਰਿਆਂ ਨੂੰ ਫੜਾ ਤੇ ਛਤਰ ਕੇ ਮੈਂ ਆ ਰਿਹਾ। ਛਤਰ ਲੈ ਕੇ ਰਾਜੇ ਖੜੇ ਸੀ 48 ਕੋਹ ਤੱਕ, ਇੰਨੇ ਰਾਜੇ ਸੀ ਉਹਦੇ ਅਧੀਨ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਫਰਮਾ ਰਹੇ ਹਨ, ਇਸ ਕਰਕੇ ਇਹ ਜੀਵ ਕਾਹਦੇ ਲਈ ਭਾਈ ਤੂੰ ਇੰਨਾ ਹੰਕਾਰ ਚੁੱਕੀ ਫਿਰਦਾ। ਕਹਾ ਨਰ ਗਰਬਸ ਥੋਰੀ ਬਾਤ, ਮਨ ਦਸ ਨਾਜ ਟਕਾ 4 ਗੰਠੀ, ਐਡੋ ਟੇਢੋ ਜਾਤ। ਇਹ ਜੀਵ ਕਾਹਦੇ ਲਈ ਤੂੰ ਹੰਕਾਰ ਕਰਦਾ। ਇਹ ਤਾਂ ਥੋੜੀ ਜਿਹੀ ਗੱਲ ਹੈ ਨਾ, ਇੰਨਾ ਕੁ ਸਰੀਰ ਲੈ ਕੇ ਤੇ ਹੰਕਾਰ ਕਰੀ ਫਿਰਦਾ। ਰਾਵਣ ਵਰਗੇ ਦੇਖ ਕੁੰਭਕਰਨ ਜੈਸੇ ਕਿੱਡੇ ਵੱਡੇ ਵੱਡੇ ਸਰੀਰ, ਜਿਹਦੇ ਘੜੇ ਜਿਹੜੇ ਜਿਹੜੇ ਕੰਨ ਸੀ, ਔਰ ਪਹਾੜ ਜਿਹੜੇ ਜਿਹੜੇ ਸਰੀਰਾਂ ਵਾਲੇ ਰਾਖਸ਼ ਦਇਆ ਤੋਂ ਵੀ ਤੁਰ ਗਏ। ਥੋੜੀ ਗੱਲ ਹੈ ਨਾ,
ਮਨ ਦਸ ਨਾਜ 10 ਕਮਣ ਅਨਾਜ ਆ ਤੇਰੇ ਕੋਲ, ਜੇ ਆ ਗਿਆ ਕੋਲ 4 ਟਕੇ ਗੰਢੇ ਬੰਨ ਲੈ, ਪੱਲੇ ਬੰਨ ਲਏ, 4 ਛਿਲਣਾ ਜਿਹੜੀਆਂ ਉਹ ਬੈਂਕ ਜਮ੍ਹਾਂ ਕਰਾ ਲਈਆਂ। ਕਾਹਦੇ ਲਈ ਰੌਲਾ ਪਾ ਰਿਹਾ? ਧੰਨ ਭਗਤ ਕਬੀਰ ਜੀ ਫਰਮਾਉਂਦੇ ਹਨ, ਰਾਵਣ ਹੂੰ ਤੇ ਅਦਿਕ ਛਤਰਪਤ ਖਿਨ ਮਹਿ ਗਏ ਬਿਲਾਤ। ਰਾਵਣ ਨਾਲੋਂ ਵੱਡੇ ਵੱਡੇ ਵੇ ਛਤਰਪਤ, ਜਿਹੜੇ ਛਤਰਾਂ ਦੇ ਛਤਰਪਤੀ ਸੀ, ਖਿਨ ਮਾਤਰ ਵਿੱਚ ਹੀ ਉਹ ਚਲੇ ਗਏ, ਕੂਚ ਕਰ ਗਏ। ਰਾਵਣ ਨਾਲੋਂ ਵੱਡਾ ਰਾਜਾ ਸੀ ਕਹਿੰਦੇ ਬਲੀ, ਜੋ ਬਦਲੀ ਦੇ ਨਾਲ ਇਹ ਜ਼ੋਰ ਅਜਮਾਇਸ਼ ਕਰਨ ਗਿਆ ਤਾਂ ਉਹਨੇ ਪਕੜ ਕੇ ਇਹਨੂੰ ਕੱਛੇ ਮਾਰ ਲਿਆ, ਉਡਾਣਾ ਭਰਦਾ ਰਿਹਾ। ਸੋ ਮਹਿਰਾਵਣ ਦੇ ਨਾਲ ਇੱਕ ਵਾਰ ਕਹਿੰਦੇ ਗਿਆ, ਮਹਿਰਾਵਣ ਨੇ ਇਹਨੂੰ ਹਰਾ ਕੇ ਤੇ ਆਪਣੇ ਕਹਿੰਦੇ ਜੋ ਉਹਦਾ ਕੱਛਾ ਸੀ ਉਹਦੇ ਨਾਲੇ ਨਾਲ ਬੰਨ੍ਹ ਲਿਆ, ਆਪਣੇ ਤੇੜੇ ਨੂੰ ਬੰਨ੍ਹ ਲਿਆ ਨਾਲ। ਉੱਥੇ ਰੋਂਦਾ ਰਿਹਾ। ਇੱਕ ਦਿਨ ਨਹਾਉਣ ਗਿਆ ਮਹਿਰਾਵਣ, ਤੇ ਜਦੋਂ ਚੁੱਭੀ ਮਾਰੀ ਉਹਨੇ ਤੇ ਇਹਨੂੰ ਗੋਤੇ ਆਏ, ਚੀਕਾਂ ਮਾਰੀਆਂ। ਉਸ ਵੇਲੇ ਕਹਿੰਦਾ ਤੂੰ ਨਾਲ ਹੀ ਵੱਜਾ ਹੋਏ, ਚੁੱਕ ਕੇ ਕਹਿੰਦੇ ਮਾਰਿਆ ਵਗਾ ਕੇ। ਇਸ ਪ੍ਰਕਾਰ ਵੱਡੇ ਵੱਡੇ ਰਾਜੇ ਰਾਵਣ ਤੋਂ ਵੀ, ਰਾਵਣ ਤ੍ਰਿਲੋਕੀ ਨਾਥ ਕਹਾਇਆ, ਤਿੰਨਾਂ ਲੋਕਾਂ ਨੂੰ ਜਿੱਤ ਕੇ ਉਹਨੇ ਸਵਰਗਾਂ ਦੇ ਵਿੱਚ ਰਾਜਨ ਇੰਦਰ ਰਾਜੇ ਨੂੰ ਵੀ ਜਿੱਤ ਲਿਆ ਸੀ, ਪਤਾਲ 'ਚ ਜਾ ਕੇ ਵੀ ਉਹਨੇ ਜੈ ਕਰ ਲਈ ਸੀ। ਪਰ ਗੁਰੂ ਪਿਆਰਿਓ, ਜਿਸ ਵੇਲੇ ਕਹਿੰਦੇ ਬਾਲ ਰਾਜੇ ਦੇ ਪਾਸ ਗਿਆ ਸੀ ਨਾ, ਬਾਲ ਰਾਜੇ ਦੇ ਛੋਟੇ ਲੜਕਿਆਂ ਨੇ, ਪੋਤਰਿਆਂ ਨੇ, ਪੁੱਤ ਪੋਤਰਿਆਂ ਨੇ ਇਹਨੂੰ ਪਕੜ ਲਿਆ, ਬੰਨ੍ਹ ਲਿਆਂਦਾ ਤੇ ਖੇਡਣ ਲੱਗ ਪਏ। ਕਹਿਣ ਲੱਗੇ ਕਿੱਡੀ ਸੋਹਣੀ ਜੀਵਤੀ ਆ, ਇਹਦੇ ਉੱਪਰ ਆਪਾਂ ਦੀਵੇ ਜਗਾਇਆ ਕਰਾਂਗੇ। 10 ਸਿਰ ਸੀ ਕਹਿੰਦੇ, ਇਸ ਕਰਕੇ ਕਹਿੰਦੇ ਕਿੱਡੀ ਸੋਹਣੀ ਦੀਵਟੀ ਆ। ਇਸ ਪ੍ਰਕਾਰ ਰਾਵਣ ਨਾਲੋਂ ਵੀ ਵੱਡੇ ਵੱਡੇ ਰਾਜੇ ਹੋਏ, ਪਰ ਖਿਨ ਮਾਤਰ ਵਿੱਚ ਹੀ ਕੂਚ ਕਰ ਗਏ। ਕਾਲ ਦੇ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਿਆ। ਭਾਈ ਤੂੰ ਕਾਹਦੇ ਲਈ ਅਹੰਕਾਰ ਕਰਦਾ ਹੈ? ਕਾਲ ਨੂੰ ਚੇਤੇ ਕਰ, ਭਗਵਾਨ ਪਰਮੇਸ਼ਰ ਨੂੰ ਚੇਤੇ ਕਰ, ਜਿਹਨੂੰ ਚੇਤੇ ਕਰਨ ਨਾਲ ਇਹ ਮੌਤ ਦਾ ਡਰ ਤੇਰੇ ਦੂਰੋਂ ਹਟੇਗਾ। ਹੁਣ ਤੂੰ ਅਵੇਸਲਾ ਹੋਇਆ, ਪਰ ਮੌਤ ਦਾ ਡਰ ਤੇ ਸਦਾ ਹੀ ਆ ਨਾ, ਮੌਤ ਨਹੀਂ ਟਲਣੀ। ਭਾਵੇਂ ਤੂੰ ਮਨ ਚੇਤੇ ਵਿੱਚ ਨਾ ਹੀ ਮੌਤ ਨੂੰ ਚੇਤੇ ਕਰ ਚਿੱਤ ਵਿੱਚ, ਪਰ ਸਮਾਂ ਆ ਗਿਆ ਉਹ ਨਹੀਂ ਟਲਣਾ। ਹਾਂ, ਜੇ ਤੂੰ ਪਰਮੇਸ਼ਰ ਨੂੰ ਚੇਤੇ ਕਰੇਗਾ ਤਾਂ ਇਹ ਜਿਹੜਾ ਕਾਲ ਹੈ ਇਹਦਾ ਭੈ ਤੇਰਾ ਸਦਾ ਵਾਸਤੇ ਨਿਵਰਤ ਹੋ ਜਾਏਗਾ। ਆਜ ਕਾਲ ਕੋਏ ਲੇਟਣਾ, ਉਪਰ ਜਾਮੈ ਘਾਸ। ਕਬੀਰ ਜੀ ਅਗਲੇ ਸ਼ਲੋਕ ਵਿੱਚ ਫਰਮਾ ਰਹੇ ਹਨ ਕਿ ਕਾਹਦੇ ਲਈ ਭਾਈ ਹੰਕਾਰ ਕਰਦਾ ਹੈ? ਉੱਚਾ ਆਪਣਾ ਘਰ ਵੇਖ ਕਰਕੇ ਨਹੀਂ ਕਰਨਾ ਚਾਹੀਦਾ। ਉੱਚਾ ਸੋਹਣਾ ਮੰਦਰ ਬਣਿਆ ਵੇਖ ਕਰਕੇ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਅੱਜ ਤੂੰ ਮਖਮਲੀ ਗੱਦਿਆਂ ਦੇ ਉੱਪਰ ਸੋਹਣੇ ਸੋਹਣੇ ਇਹ ਜਿਹੜੇ ਬੈੱਡ ਬਣਾਏ ਆ, ਬੜੀ ਚਿੱਤਰਕਾਰੀ ਕਰਕੇ ਇਹਨਾਂ ਦੇ ਉੱਪਰ ਸੋ ਬਹੁਤ ਹੀ ਕੀਮਤੀ ਮਹਿੰਗੇ ਗੱਦੇ ਲਿਆ ਕੇ ਵਿਛਾਏ ਆ, ਸੋਹਣੀਆਂ ਵਿਛਾਈਆਂ ਕਰਕੇ ਸੋਨਾ ਹੈ। ਪਰ ਇਹ ਖਿਆਲ ਕਰ, ਅੱਜ ਨਹੀਂ ਤੇ ਕੱਲ ਧਰਤੀ ਤੇ ਲੇਟਣਾ ਪਵੇਗਾ। ਜਦੋਂ ਆ ਗਿਆ ਪ੍ਰਾਣ, ਜਦੋਂ ਆ ਗਿਆ ਕਾਲ ਪ੍ਰਾਣਾਂ ਦੇ ਨਿਕਲ ਜਾਣ ਤੋਂ, ਫਿਰ ਭੋਏ ਲੇਟਣਾ, ਧਰਤੀ ਤੇ ਲੇਟਣਾ ਹੋਵੇਗਾ। ਉੱਪਰ ਜੰਮੇ ਘਾਸ, ਉੱਪਰ ਫਿਰ ਘਾਹ ਜੰਮ ਜਾਏਗਾ। ਜੇਕਰ ਸਾੜਤਾ ਤਾਂ ਵੀ ਉੱਥੇ ਮਸਾਨ ਭੂਮੀ ਵਿੱਚ ਵੀ ਗੁਰੂ ਪਿਆਰਿਓ ਮੀਂਹ ਪੈਣ ਤੋਂ ਉਹ ਜਿਹੜੀ ਸਵਾਦਕ ਉਹਦੇ ਵਿੱਚ ਘਾਹ ਪੈਦਾ ਹੋ ਜਾਂਦਾ ਮਿੱਟੀ ਵਿੱਚ। ਜੇਕਰ ਗੱਡਤਾ ਤਾਂ ਵੀ। ਇਸ ਕਰਕੇ ਕਬੀਰ ਜੀ ਫਰਮਾਉਂਦੇ ਹਨ
ਭਾਈ ਕਾਹਦੇ ਲਈ ਹੰਕਾਰ ਕਰਨਾ ਆਪਣਾ ਉੱਚਾ ਵਾਸ ਵੇਖ ਕਰਕੇ। ਕਬੀਰ ਗਰਬ ਨਾ ਕੀਜੀਆ, ਰੰਕ ਨਾ ਹਸੀਆ ਕੋਏ। ਸੋ ਅੱਗੇ ਇਸੇ ਤਰ੍ਹਾਂ ਇਸ ਪ੍ਰਕਰਨ ਨੂੰ ਕਥਨ ਕਰ ਰਹੇ ਹਨ। ਭਾਈ ਹੰਕਾਰ ਨਹੀਂ ਕਰਨਾ ਚਾਹੀਦਾ, ਔਰ ਖਿਆਲ ਕਰੋ ਜੇ ਕੋਈ ਗਰੀਬ ਹੈ ਤੇ ਉਹਦੇ ਵੱਲ ਵੇਖ ਕੇ ਹੱਸਣਾ ਨਹੀਂ ਚਾਹੀਦਾ। ਜੇ ਕਿਸੇ ਦਾ ਸਰੀਰ ਕੋਝਾ ਹੈ ਤੇ ਉਹਨੂੰ ਮਖੌਲ ਨਹੀਂ ਕਰਨੇ ਚਾਹੀਦੇ। ਜੇ ਕਿਸੇ ਦੀ ਜ਼ੁਬਾਨ ਅੜਦੀ ਹੈ ਕਈ ਵਾਰੀ ਉਹਨੂੰ ਬੜੇ ਮਖੌਲ ਕਰਦੇ ਆ। ਸੋ ਇਸੇ ਤਰ੍ਹਾਂ ਕਿਸੇ ਨੂੰ ਵੀ ਗਰੀਬ ਨੂੰ ਜਾਂ ਤੰਗ ਨੂੰ ਜਾਂ ਜੋ ਦੁਖੀ ਹੈ ਉਹਨੂੰ ਸਗੋਂ ਮਖੌਲ ਨਹੀਂ, ਉਹਦੀ ਸਹਾਇਤਾ ਹੋਵੇ ਤਾਂ ਕਰੋ। ਕਿਸੇ ਵੀ ਰੰਕ ਗਰੀਬ ਨੂੰ ਵੇਖ ਕਰਕੇ ਮਖੌਲ ਨਾ ਕਰੀਏ, ਹਾਸਾ ਨਾ ਕਰੀਏ। ਅਜਹੁ ਸੁਨਾਉ ਸਮੁੰਦਰ ਮਹਿ, ਕਿਆ ਜਾਨਾ ਕਿਆ ਹੋਏ। ਕਿਉਂਕਿ ਦੂਜਿਆਂ ਨੂੰ ਮਖੌਲ ਕਰ ਰਿਹਾ, ਪਰ ਅੱਜ ਜ਼ਿੰਦਗੀ ਰੂਪੀ ਬੇੜੀ ਇਹ ਤੇਰੀ ਨੌਕਾ ਅਜੇ ਸੰਸਾਰ ਰੂਪੀ ਸਮੁੰਦਰ ਵਿੱਚ ਹੀ ਆ, ਅਜੇ ਪਾਰ ਕਿਨਾਰੇ ਨਹੀਂ ਲੱਗੀ। ਪਤਾ ਨਹੀਂ ਕਿਹੜੇ ਵੇਲੇ ਜ਼ਿੰਦਗੀ ਦੇ ਇਸ ਪੜਾਅ ਦੇ ਵਿੱਚ ਕਿਹੜੇ ਵੇਲੇ ਕੋਈ ਲਹਿਰ ਆਵੇ ਤੇ ਇਹਨੂੰ ਡੋਬ ਦੇਵੇ। ਇਸ ਕਰਕੇ ਕਦੀ ਵੀ ਮਖੌਲ ਨਹੀਂ ਕਰਨਾ ਚਾਹੀਦਾ ਗਰੀਬ ਨੂੰ। ਗੁਰੂ ਪਿਆਰਿਓ, ਇੱਕ ਮਹਾਤਮਾ ਸਨ, ਇਹ ਸਾਖੀ ਥੋੜ੍ਹੇ ਦਿਨ ਪਹਿਲਾਂ ਵੀ ਸੁਣਾਈ ਹੈ। ਬਹੁਤ ਵਿਰਾਗੀ, ਤਿਆਗੀ, ਪੂਰਨ ਮਹਾਤਮਾ ਪਰਮੇਸ਼ਰ ਵਿੱਚ ਲੀਨ ਰਹਿੰਦੇ ਸੀ। ਸੋ ਮਹਾਤਮਾ ਦੀ ਕੁਟੀਆ ਦੇ ਪਾਸ ਇੱਕ ਵੇਸ਼ਵਾ ਜੋ ਹੈ ਆਪਣੇ ਕੁੱਤੇ ਨੂੰ ਸੈਰ ਕਰਨ ਲਿਆਉਂਦੀ ਤੇ ਮਹਾਤਮਾ ਨੂੰ ਵੇਖ ਕੇ ਕਹਿੰਦੀ ਕਿ ਮਹਾਤਮਾ, ਇਹ ਸੰਤ ਜੀ, ਤੁਹਾਡਾ ਦਾੜਾ ਚੰਗਾ ਹੈ ਕਿ ਮੇਰੇ ਕੁੱਤੇ ਦੀ ਪੂਛ। ਉਹ ਮਹਾਤਮਾ ਇਹਦੀਆਂ ਗੱਲਾਂ ਨੂੰ ਸੁਣ ਕੇ ਫਿਰ ਵੀ ਚੁੱਪ ਰਹਿੰਦੇ। ਗੁਰੂ ਪਿਆਰਿਓ, ਸਮਾਂ ਬੀਤਿਆ, ਮਹਾਤਮਾ ਜੀ ਦਾ ਸਰੀਰ ਛੱਡਣ ਦਾ ਸਮਾਂ ਆਇਆ। ਉਸ ਸਮੇਂ ਮਹਾਤਮਾ ਜੀ ਨੇ, ਉਸ ਸੰਤ ਜੀ ਨੇ ਇੱਕ ਸੇਵਕ ਨੂੰ ਭੇਜ ਕੇ ਵੇਸ਼ਵਾ ਨੂੰ ਬੁਲਾਇਆ। ਜਿਸ ਵੇਲੇ ਵੇਸ਼ਵਾ ਮਹਾਤਮਾ ਜੀ ਦੇ ਪਾਸ ਆਈ, ਆਪਣੇ ਦੋਹਾਂ ਹੱਥਾਂ ਦੇ ਨਾਲ ਦਾੜੇ ਨੂੰ ਸਵਾਰਦਿਆਂ ਉਹ ਮਹਾਂਪੁਰਸ਼ ਕਹਿਣ ਲੱਗੇ, ਬੀਬੀ, ਤੂੰ ਪੁੱਛਦੀ ਹੁੰਦੀ ਸਨ ਕਿ ਤੁਹਾਡਾ ਦਾੜਾ ਚੰਗਾ ਕਿ ਮੇਰੇ ਕੁੱਤੇ ਦੀ ਪੂਛ। ਮੈਂ ਤੈਨੂੰ ਅੱਜ ਕਹਿ ਰਿਹਾ ਕਿ ਮੇਰਾ ਇਹ ਦਾੜਾ ਤੇਰੇ ਕੁੱਤੇ ਦੀ ਪੂਛ ਨਾਲੋਂ ਚੰਗਾ ਹੈ। ਗੁਰੂ ਪ੍ਰੇਮੀਓ, ਜਦੋਂ ਇਹ ਬਚਨ ਉਹਨਾਂ ਸੰਤਾਂ ਨੇ ਕਹੇ ਤਾਂ ਉਹ ਵੇਸ਼ਵਾ ਕਹਿਣ ਲੱਗੀ ਕਿ ਸੰਤ ਜੀ, ਇਹ ਬਚਨ ਤੁਸੀਂ ਪਹਿਲਾਂ ਕਿਉਂ ਨਾ ਕਹੇ? ਮੈਂ ਇੰਨੀ ਵਾਰ ਤੁਹਾਨੂੰ ਪੁੱਛਿਆ ਅੱਜ ਤੱਕ, ਇੰਨਾ ਹੀ ਕਹਿਣਾ ਸੀ, ਤੁਸੀਂ ਪਹਿਲਾਂ ਕਹਿ ਦਿੰਦੇ। ਕਹਿਣ ਲੱਗੇ, ਮਹਾਤਮਾ ਕਹਿਣ ਲੱਗੇ ਕਿ ਉਸ ਵੇਲੇ ਅਜੇ ਸਾਡੀ ਇਹ ਜ਼ਿੰਦਗੀ ਰੂਪੀ ਨੌਕਾ ਸੰਸਾਰ ਸਮੁੰਦਰ ਵਿੱਚ ਹੀ ਵਿਚਰ ਰਹੀ ਸੀ। ਇਸ ਕਰਕੇ ਪਤਾ ਨਹੀਂ ਕਿਹੜੇ ਵੇਲੇ ਇਹ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਸਮਾਂ ਆ ਜਾਣਾ ਤੇ ਇਹਦੇ ਨਾਲ ਕੀ ਬਣ ਜਾਣਾ। ਅੱਜ ਸਤਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਇਹ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਕੇ ਸੁਰਖਰੂ ਹੋ ਕੇ ਚੱਲੇ ਹਾਂ। ਇਸ ਕਰਕੇ ਤੈਨੂੰ ਇਹ ਕਹਿ ਰਹੇ ਹਾਂ ਕਿ ਤੇਰੇ ਕੁੱਤੇ ਦੀ ਪੂਛ ਨਾਲੋਂ ਸਾਡਾ ਇਹ ਦਾੜਾ ਚੰਗਾ ਹੈ। ਗੁਰੂ ਪ੍ਰੇਮੀਓ,
ਉਸ ਵੇਲੇ ਜੋ ਉਹ ਵੇਸ਼ਵਾ ਸੀ, ਇੱਕ ਤਾਂ ਮਹਾਤਮਾ ਜੀ ਸਰੀਰ ਛੱਡਣ ਲੱਗਿਆ, ਇਹਦਾ ਪ੍ਰਭਾਵ ਪਿਆ ਮਨ ਤੇ। ਵਿਰਾਗਮਈ ਜੋ ਬਣਿਆ ਹੈ ਸਮਾਂ, ਔਰ ਮਹਾਤਮਾ ਦੇ ਇਹ ਵਿਰਾਗ ਨੂੰ ਪੈਦਾ ਕਰਨ ਵਾਲੇ ਵਚਨ ਸੁਣ ਕਰਕੇ ਇਹ ਵੇਸ਼ਵਾ ਜੋ ਸੀ, ਇਹਦਾ ਦਿਲ ਵੀ ਦਰਵਿਆ। ਮਹਾਤਮਾ ਦੇ ਚਰਨਾਂ ਤੇ ਪੈ ਕੇ ਉਹਨੇ ਬੇਨਤੀਆਂ ਕੀਤੀਆਂ ਕਿ ਮੈਨੂੰ ਬਖਸ਼ ਲਓ, ਮੈਂ ਤਾਂ ਆਪ ਜੀ ਨੂੰ ਮਖੌਲ ਕਰਦੀ ਸਾਂ। ਤੁਹਾਡਾ ਦਾੜਾ ਉਦੋਂ ਵੀ ਚੰਗਾ ਸੀ ਤੇ ਹੁਣ ਵੀ ਚੰਗਾ ਹੈ, ਪਰ ਮੈਂ ਤੁਹਾਨੂੰ ਮਖੌਲ ਕਰਦੀ ਸੀ। ਮੈਨੂੰ ਕੋਈ ਉਪਦੇਸ਼ ਦਿਓ, ਮੇਰਾ ਭਲਾ ਹੋ ਜਾਏ। ਮਹਾਤਮਾ ਜੀ ਕਹਿਣ ਲੱਗੇ, ਬੀਬੀ ਕਿਸੇ ਵੀ ਸੰਤ ਨੂੰ ਕਦੀ ਵੀ ਮਖੌਲ ਨਹੀਂ ਕਰਨਾ ਇਹ ਤੋਂ ਅੱਗੇ। ਇਹ ਉਪਦੇਸ਼ ਤੂੰ ਸਦਾ ਧਾਰਨ ਕਰਨਾ। ਪਰਮੇਸ਼ਰ ਦਾ ਨਾਮ ਸਦਾ ਵਾਸਤੇ ਜਪਣਾ, ਇਹ ਕਿਰਤ ਛੱਡ ਦੇ। ਗੁਰੂ ਪ੍ਰੇਮੀਓ, ਇਸ ਪ੍ਰਕਾਰ ਮਹਾਤਮਾ ਦੇ ਬਚਨ ਮੰਨ ਕੇ ਉਹ ਜੋ ਵੇਸ਼ਵਾ ਸੀ, ਪਾਪ ਕਿਰਤ ਨੂੰ ਛੱਡ ਕੇ ਪਰਮੇਸ਼ਰ ਦਾ ਨਾਮ ਜਪਣ ਲੱਗ ਪਈ ਤੇ ਉਹਦਾ ਵੀ ਉਧਾਰ ਹੋ ਗਿਆ। ਇਸ ਪ੍ਰਕਾਰ ਸਾਹਿਬ ਕਬੀਰ ਜੀ ਫਰਮਾਉਂਦੇ ਹਨ ਕਿ ਕਦੀ ਵੀ ਕਿਸੇ ਨੂੰ ਮਖੌਲ ਨਹੀਂ ਕਰਨਾ ਚਾਹੀਦਾ। ਸੇ ਗਰੀਬ ਵੇਖ ਕੇ, ਆਪਣੇ ਤੋਂ ਮਾੜਾ ਵੇਖ ਕੇ ਉਹਨੂੰ ਮਖੌਲ ਨਾ ਕਰੋ, ਸਗੋਂ ਜਿੰਨਾ ਭਲਾ ਹੋਵੇ ਉਹਦਾ ਕਰੋ। ਕਿਸੇ ਸੰਤ ਮਹਾਤਮਾ ਨੂੰ ਕਦੀ ਵੀ ਮਖੌਲ ਨਾ ਕਰੋ। ਜੋ ਜੋ ਭਗਤ ਹੋਏ ਸੋ ਪੂਜੋ, ਭਰਮਨ ਭਰਮ ਚੁਕਾਵੇਗੋ। ਜਿਹੜਾ ਵੀ ਕੋਈ ਭਗਤ ਦਿਸਦਾ ਉਹਦੀ ਸਤਿਕਾਰ ਕਰੋ, ਸੇਵਾ ਕਰੋ, ਤੁਹਾਡਾ ਆਪਣੇ ਮਨ ਦਾ ਭਰਮ ਜਿਹੜਾ ਨਾ ਚੁੱਕਿਆ ਜਾਏਗਾ। ਉਹ ਮਹਾਤਮਾ, ਉਹ ਸੰਤ, ਉਹ ਭਗਤ ਆਪਣੇ ਮਨ ਦੇ ਭਰਮ ਨੂੰ ਨਿਵਰਤ ਕਰਨ ਵਿੱਚ ਸਹਾਇਤਾ ਕਰਨਗੇ। ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ। ਇਸੇ ਤਰ੍ਹਾਂ ਸਾਹਿਬ ਕਬੀਰ ਜੀ ਫਰਮਾਉਂਦੇ ਹਨ, ਇਹ ਭਾਈ ਹੰਕਾਰ ਨਹੀਂ ਕਦੀ ਕਰਨਾ। ਇਹ ਦੇਹੀ ਨੂੰ ਸੋਹਣੇ ਰੰਗ ਵਾਲੀ, ਸੋ ਚਿੱਟਾ ਗੋਰਾ ਰੰਗ ਵੇਖ ਕਰਕੇ, ਸੋਹਣਾ ਸਰੀਰ ਵੇਖ ਕੇ ਕਦੀ ਹੰਕਾਰ ਨਾ ਕਰੀਏ। ਆਜ ਕਾਲ ਤਜ ਜਾਹੋਗੇ, ਜਿਆਂ ਕਾਂਚਰੀ ਭਯੰਗ। ਇਹ ਸਰੀਰ ਦਾ ਕਾਹਦਾ ਮਾਣ ਹੈ? ਅੱਜ ਕੱਲ, ਅੱਜ ਨਹੀਂ ਤਾਂ ਕੱਲ, ਜਾਂ ਆ ਗਿਆ ਜਦੋਂ ਕਾਲ, ਛੱਡ ਜਾਣਾ। ਇਹ ਸਰੀਰ ਨੂੰ ਤਿਆਗ ਜਾਣਾ। ਕਿਸ ਪ੍ਰਕਾਰ? ਜਿਵੇਂ ਸੱਪ ਜੋ ਕੁੰਜ ਨੂੰ ਛੱਡ ਦਿੰਦਾ, ਤਿਆਗ ਦਿੰਦਾ ਹੈ, ਇਸ ਪ੍ਰਕਾਰ ਸਾਹਿਬ ਕਬੀਰ ਜੀ ਫਰਮਾਉਂਦੇ ਹਨ ਕਿ ਸਰੀਰ ਨੂੰ ਤਿਆਗਣਾ ਹੀ ਨਾ ਆਖਰ ਨੂੰ। ਜੇ ਮੋਹ ਕਰੇਗਾ ਸਗੋਂ ਦੁਖੀ ਹੋਏਗਾ। ਜੇ ਮਨ 'ਚ ਧਾਰਨ ਕਰੇਗਾ ਕਿ ਵਾਕਿਆ ਹੀ ਵੇਖ ਮੇਰੇ ਵੱਡੇ ਵਡੇਰੇ ਮਾਂ ਪਿਓ, ਦਾਦੇ ਪੜਦਾਦੇ, ਉਹਨਾਂ ਦੇ ਮਾਂ ਪਿਓ, ਉਹਨਾਂ ਦੇ ਦਾਦੇ ਪੜਦਾਦੇ, ਅੱਗੇ ਉਹਨਾਂ ਦੇ ਕਿੰਨੀਆਂ ਲੈਣ ਅੱਜ ਤੱਕ ਕੋਈ ਦਿਸਦਾ? ਆਪਣੀਆਂ ਅੱਖਾਂ ਦੇ ਸਾਹਮਣੇ ਜਿਹੜੇ ਆ, ਜਦੋਂ ਦੀ ਸੁਰਤ ਸੰਭਾਲੀ ਆ, ਹੋਸ਼ ਸੰਭਾਲੀ ਆ, ਅੱਖਾਂ ਦੇ ਸਾਹਮਣੇ ਕਿੰਨੇ ਕੂਚ ਕਰ ਗਏ ਆ। ਕਈ ਆਪਣੇ ਹਾਣੀ ਤੁਰ ਗਏ, ਆਪਣੇ ਤੋਂ ਪਿੱਛੋਂ ਜਨਮ ਲਿਆ ਕਰਕੇ ਤੁਰੇ ਜਾ ਰਹੇ ਆ। ਔਰ ਤੂੰ ਮੂਰਖ ਮਨਾ ਇਹ ਸੋਚਦਾ ਕਿ ਮੈਂ ਸਦਾ ਰਹਿਣਾ ਇੱਥੇ। ਇਹ ਨਹੀਂ ਕਦੀ ਸੋਚਿਆ ਕਿ ਆਪਣੀ ਵਾਰੀ ਵੀ ਆਉਣੀ ਆ ਤੇ ਆਪਣਾ ਅੱਗਾ ਸੰਭਾਲੀਏ। ਇੱਥੇ ਤੂੰ ਮੱਲਾਂ ਮਾਰ ਕੇ ਬੈਠਾ, ਮੇਰਾ ਆਹ ਤੇ ਮੇਰਾ ਉਹ। ਜਾਣ ਲੱਗਿਆ ਕਿਸੇ ਦਾ ਕੁਝ ਵੀ ਨਹੀਂ। ਆਖਰ ਨੂੰ ਇਹ ਸਰੀਰ ਦੇ ਉਹੀ ਕੰਮ ਆਉਣੀ ਹੈ। ਚਾਰ ਦੁਆਰੀ ਜਿਹੜੀ 4 ਮਰਲੇ ਸੋ ਪਿੰਡੋਂ ਵਾਰ-ਵਾਰ ਬਣਾਈ ਆ, ਜਿੱਥੇ 4 ਪਈ ਜਾ ਕੇ ਇਹ ਸਰੀਰ ਨੂੰ ਸਾੜ ਆਉਂਦੇ ਆ। ਆਖਰ ਨੂੰ ਸਰੀਰ ਦਾ ਟਿਕਾਣਾ ਤੇ ਉਹੀ ਰਹਿ ਗਿਆ ਨਾ। ਇਸ ਕਰਕੇ ਇਹ ਸਰੀਰ ਦੇ ਵਿੱਚ ਰਹਿੰਦਿਆਂ ਆਪਣੇ ਮਨ ਨੂੰ, ਆਪਣੇ ਆਤਮਾ ਦਾ ਅੱਗੇ ਜੋ ਥਾਂ ਸਵਾਰ ਲੈ। ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਹੰਕਾਰ ਵਿੱਚ ਨਾ ਲੱਗਾ ਰਹਿ। ਇਹ ਸਰੀਰ ਨੂੰ ਤਾਂ ਅੱਜ ਕੱਲ੍ਹ ਐਵੇਂ, ਅੱਜ ਨਹੀਂ ਤੇ ਕੱਲ੍ਹ ਐਵੇਂ ਛੱਡ ਦੇਣਾ, ਜਿਵੇਂ ਸੱਪ ਆਪਣੀ ਕੁੰਜ ਨੂੰ ਤਿਆਗ ਦਿੰਦਾ ਹੈ।
ਇਸੇ ਤਰ੍ਹਾਂ ਇਹ ਸਰੀਰ ਨੂੰ ਛੱਡ ਕੇ ਆਤਮਾ ਨੇ, ਇਹ ਹੰਸ ਨੇ ਉਡਾਰੀ ਮਾਰ ਦੇਣਾ। ਇਸ ਕਰਕੇ ਜਿੱਥੇ ਜਾਣਾ ਹੈ, ਅੱਗੇ ਪਹੁੰਚਣਾ ਹੈ, ਉਹਦੇ ਖਬਰ ਕੋਈ ਲਓ, ਸਤਿਗੁਰਾਂ ਤੋਂ ਪੁੱਛੋ, ਉਹਦੇ ਬਾਰੇ ਉਸ ਘਰ ਨੂੰ ਸਵਾਰਨ ਦਾ ਕੋਈ ਯਤਨ ਕਰੋ, ਉਸ ਘਰ 'ਚ ਹਿੱਸਾ ਰੱਖਣ ਦਾ ਕੋਈ ਖਿਆਲ ਕਰੋ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ। ਜਿਹੜੇ ਘਰ ਛੱਡ ਜਾਣੇ ਆ, ਸਾਡੇ ਸਾਰੇ ਛੱਡ ਤੁਰੇ ਜਾ ਰਹੇ ਆ ਨਾ, ਕੋਈ ਰਹਿ ਰਿਹਾ ਕਿਨੇ ਪਕੜਿਆ ਪੱਕਾ ਹੀ, ਪਰ ਇਹਦੀ ਬੜੀ ਚਿੰਤਾ ਕਿ ਮੈਂ ਇਹਨੂੰ ਆਹ ਬਣਾਉਣਾ, ਇਹੋ ਜਿਹਾ ਤੇ ਉਹ ਕਰਨਾ। ਪਰ ਜਿੱਥੇ ਜਾ ਕੇ ਸਦਾ ਰਹਿਣਾ, ਉਹਦੀ ਪਤਾ ਵੀ ਨਹੀਂ ਦਰਵਾਜ਼ਾ ਕਿਹੋ ਜਾ, ਕਿਵੇਂ ਰਸਤਾ ਕਿਹੜਾ ਜਾ ਰਿਹਾ ਉੱਧਰ ਨੂੰ। ਇਸ ਕਰਕੇ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਇਹਦਾ ਸਰੀਰ ਦਾ ਹੰਕਾਰ ਨਹੀਂ ਕਰਨਾ ਭਾਈ। ਇਹ ਸਰੀਰ ਨੂੰ ਤਾਂ ਅੱਜ ਕੱਲ੍ਹ ਛੱਡ ਜਾਣਾ ਹੈ, ਜਦੋਂ ਸਮਾਂ ਆ ਗਿਆ, ਕਾਲ ਆ ਗਿਆ, ਛੱਡ ਜਾਣਾ, ਤਿਆਗ ਜਾਣਾ ਹੈ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਭਗਤ ਕਬੀਰ ਜੀ ਫਰਮਾਉਂਦੇ ਹਨ, ਗੁਰੂ ਪਿਆਰਿਓ, ਇੱਕ ਵਾਰ ਸੋ ਕਾਂਸ਼ੀ ਦੇ ਵਿੱਚ ਕਹਿੰਦੇ ਲੁੱਟ ਪੈ ਗਈ। ਲੋਕਾਂ ਨੇ ਲੁੱਟ ਕੇ ਆਪਣੇ ਬੜੇ ਘਰ ਭਰ ਲਏ। ਵੇਖ ਕਰਕੇ ਕਬੀਰ ਜੀ ਉਪਦੇਸ਼ ਦੇ ਰਹੇ ਆ, ਇਹ ਭਾਈ ਇਹ ਬਾਹਰ ਲੁੱਟ ਜਿਹੜੀ ਹੈ ਨਾ, ਬਹੁਤ ਤੁਸੀਂ ਆਪਣੇ ਘਰ ਭਰ ਰਹੇ ਹੋ, ਪਰ ਲੁੱਟਣਾ ਤਾਂ ਇੱਕ ਲੁੱਟ ਕਰੋ। ਮੈਂ ਤੁਹਾਨੂੰ ਦੱਸਦਾ ਕਿਹੜੀ ਕਰਨ ਵਾਲੀ ਹੈ। ਸਤ ਸੰਗਤ ਰੂਪੀ ਸ਼ਹਿਰ ਵਿੱਚ ਰਾਮ ਨਾਮ ਦੀ ਲੁੱਟ ਪੈ ਰਹੀ ਹੈ। ਉਸ ਰਾਮ ਨਾਮ ਨੂੰ ਲੁੱਟੋ। ਇਹ ਜਿਹੜੇ ਅਨਿੱਤ ਪਦਾਰਥ ਹੈ, ਇਹਨਾਂ ਦਾ ਕੀ ਲੁੱਟਣਾ। ਗੁਰੂ ਪਿਆਰਿਓ, ਜਦੋਂ 57 ਦਾ ਗਦਰ ਹੋਇਆ ਨਾ, ਦਿੱਲੀ 'ਚ ਲੁੱਟ ਪਈ, ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖ ਉਸ ਵੇਲੇ ਫੌਜ ਵਿੱਚ ਸਨ। ਬਾਕੀ ਫੌਜੀ ਜਿਹੜੇ ਸੀ ਉਹ ਵੀ ਸਾਰੇ ਲੁੱਟ ਲਏ ਸਨ। ਜੋ ਕਿਸੇ ਦੇ ਦਾ ਲੱਗਾ, ਸੋਨਾ, ਚਾਂਦੀ, ਧਨ, ਚੰਗੀਆਂ ਵਸਤੂਆਂ ਲੁੱਟ ਕੇ ਉਹਨਾਂ ਨੇ ਸੰਭਾਲੀਆਂ, ਘਰਾਂ ਨੂੰ ਲੈ ਕੇ ਗਏ। ਪਰ ਸੰਤ ਕਰਮ ਸਿੰਘ ਜੀ ਮਹਾਂਪੁਰਖ, ਗੁਰੂ ਪਿਆਰਿਓ, ਸ਼ਹਿਰ ਨੂੰ ਅੱਗ ਲਾਈ ਸੀ ਲੁਟੇਰਿਆਂ ਨੇ। ਉਸ ਵੇਲੇ ਜੋ ਫਸੇ ਹੋਏ ਸਨ ਅੱਗ ਦੇ ਵਿੱਚ, ਘਰਾਂ ਦੇ ਵਿੱਚ, ਉਹਨਾਂ ਨੂੰ ਕੱਢਣ ਵਿੱਚ ਲੱਗੇ। ਇਸੇ ਤਰ੍ਹਾਂ ਹੀ ਉਹ ਸਾਰੀ ਲੁੱਟ ਦਾ ਸਮਾਂ ਇਸੇ ਕੰਮ ਵਿੱਚ ਲਾਇਆ। ਜਦੋਂ ਘਰ ਆਏ, ਮਾਤਾ ਕਹਿਣ ਲੱਗੀ, ਪੁੱਤਰ ਮੇਰੇ ਲਈ ਕੀ ਲੈ ਆਇਆ। ਬਾਕੀ ਫੌਜੀ ਵੇਖ ਕਿੰਨਾ ਸੋਨਾ ਲੈ ਕੇ ਆਏ ਆ, ਕਿੰਨਾ ਕੁਝ ਪੈਸੇ ਲੈ ਕੇ ਆਏ ਆ, ਤੂੰ ਕੀ ਲੈ ਆ, ਗਹਿਣੇ ਕੀ ਲੈ ਆ। ਮਹਾਂਪੁਰਖ ਕਹਿਣ ਲੱਗੇ ਕਿ ਮਾਤਾ ਮੈਂ ਤਾਂ ਕੁਝ ਨਹੀਂ ਲਿਆ, ਤੂੰ ਸ਼ੁਕਰ ਕਰ ਕਿ ਮੈਂ ਆਪਣੇ ਆਪ ਸਰੀਰ ਬਚਾ ਕੇ ਲੈ ਆਇਆ ਉੱਥੋਂ, ਇੰਨੇ ਹਨੇਰ ਜਿੱਥੇ ਵਰਤ ਰਿਹਾ ਸੀ। ਮਾਤਾ ਨਾਰਾਜ਼ ਹੋਈ। ਇਸੇ ਬਚਨ ਤੋਂ ਮਹਾਂਪੁਰਖਾਂ ਦੇ ਮਨ ਵਿੱਚ ਵੈਰਾਗ ਤੋਂ ਪੈਦਾ ਹੋ ਗਿਆ ਕਿ ਵੇਖੋ ਘਰ ਦੇ ਵੀ ਜਿਹੜੇ ਆ ਨਾ, ਇਹ ਵੀ ਬਸ ਸੋਨਾ ਤੇ ਧਨ ਹੀ ਚਾਹੁੰਦੇ ਆ, ਕਿਸੇ ਨੂੰ ਮੇਰੇ ਨਾਲ ਕੋਈ ਮੋਹ ਨਹੀਂ ਹੈ। ਗੁਰੂ ਪਿਆਰਿਓ, ਫਿਰ ਛੱਡ ਕੇ ਇਸੇ ਤਰ੍ਹਾਂ ਸਾਰਾ ਕੁਝ ਤੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਗਏ, ਬੰਦਗੀ ਵਿੱਚ ਜੁੜ ਗਏ। ਬੜੀ ਭਾਰੀ ਬੰਦਗੀ ਕੀਤੀ ਤੇ ਬੜਾ ਭਾਰੀ ਪ੍ਰਤਾਪ ਹੋਇਆ ਮਹਾਂਪੁਰਖਾਂ ਦਾ। ਸੋ ਇਸ ਪ੍ਰਕਾਰ ਭਗਤ ਜੀ ਇੱਥੇ ਫਰਮਾਉਂਦੇ ਹਨ, ਭਾਈ ਲੁੱਟਣਾ ਹੈ ਤਾਂ ਹਾਂ, ਪਰਮੇਸ਼ਰ ਦੇ ਨਾਮ ਦੀ ਲੁੱਟ ਪੈ ਰਹੀ, ਤਗੜੇ ਹੋ ਕੇ ਲੁੱਟ ਲਓ। ਕੋਈ ਵੀ ਜਿੰਨਾ ਵੀ ਕੋਈ ਇਲਾਹਾ ਲੈ ਸਕਦਾ ਲੈ ਲਓ। ਫਿਰ ਪਾਛੈ ਪਛਤਾਹੋਗੇ, ਪ੍ਰਾਣ ਜਾਹੇਗੇ ਛੂਟ।
ਔਰ ਜਦੋਂ ਪ੍ਰਾਣ ਛੁੱਟ ਗਏ, ਜਿਵੇਂ ਲੁੱਟ ਦਾ ਸਮਾਂ ਹੁੰਦਾ ਨਾ, ਕਿੰਨਾ ਸਮਾਂ ਲੁੱਟਦਾ ਹੈ, ਲੁੱਟ ਲਓ, ਉਸ ਤੋਂ ਬਾਅਦ ਜੇ ਕੋਈ ਚਾਹੇ ਕਿ ਮੈਂ ਵੀ ਹੁਣ ਕੋਈ ਹਿੱਸਾ ਪਾ ਲਾਂ ਜਾਂ ਕੁਝ ਲੈ ਲਾਂ, ਤੇ ਉਹਨੂੰ ਕੁਝ ਨਹੀਂ ਮਿਲਦਾ। ਮੈਂ ਵੀ ਕੋਈ ਉਦਮ ਕਰ ਲਾਂ। ਭਗਤ ਕਬੀਰ ਜੀ ਫਰਮਾਉਂਦੇ ਹਨ, ਇਸੇ ਤਰ੍ਹਾਂ ਭਾਈ ਜਦੋਂ ਇਹ ਸਮਾਂ ਲੰਘ ਗਿਆ ਲੁੱਟ ਦਾ, ਫਿਰ ਪਿੱਛੋਂ ਪਛਤਾਓਗੇ। ਜਦੋਂ ਪ੍ਰਾਣ ਛੁੱਟ ਗਏ, ਫਿਰ ਕੋਈ ਕਹੇ ਕਿ ਮੈਂ ਹੁਣ ਰਾਮ ਨਾਮ ਨੂੰ ਜਿੱਤ ਲਾਂ, ਜਪ ਲਾਂ, ਇਹ ਫਿਰ ਸਮਾਂ ਨਹੀਂ ਮਿਲਣਾ। ਇਸੇ ਪ੍ਰਕਰਨ ਦੇ ਉੱਪਰ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਕਵਿਤ ਲਿਖਿਆ। ਕਹਿਣ ਲੱਗੇ ਕਿ ਭਾਈ ਨਾਮ ਜਪਣਾ ਜਿਹੜਾ ਨਾ, ਤਗੜੇ ਹੋ ਕੇ ਆ ਸਮਾਂ ਵਿਅਰਥ ਨਾ ਗਵਾਓ। ਇਹ ਨਾ ਕਦੀ ਸੋਚੋ ਕਿ ਮੇਰੇ ਕੋਲ ਬੜਾ ਸਮਾਂ ਹੈ, ਸਮਾਂ ਕੋਈ ਪਤਾ ਨਹੀਂ। ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ, ਹਰ ਜਪਦਿਆਂ ਖਿਨ ਢੇਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੇ ਕਿ ਨਾ ਆਵੇ ਰਾਮ। ਪਰਮੇਸ਼ਰ ਨੂੰ ਜਪਦਿਆਂ ਖਿਨ ਮਾਤਰ ਵੀ ਢਿੱਲ ਨਹੀਂ ਕਰਨੀ ਚਾਹੀਦੀ। ਕੀ ਜਾਣੀਏ ਅਗਲਾ ਸਵਾਸ ਬਾਹਰ ਨਿਕਲਿਆ, ਵਾਪਸੀ ਨੇ ਆਉਣਾ ਕਿ ਨਹੀਂ ਆਉਣਾ। ਕਿਸੇ ਨੇ ਲਿਖਾ ਕੇ ਲਿਆ ਕਿ ਮੇਰੀ ਇੰਨੀ ਗਰੰਟੀ ਹੈ ਜਾਂ ਇੰਨੀ ਵਾਰੰਟੀ ਆ, ਮੇਰੀ ਆ ਵੈਲਿਡਿਟੀ 1 ਮਹੀਨੇ ਦੀ ਆ, 2 ਸਾਲਾਂ ਦੀ ਆ, 5 ਸਾਲਾਂ ਦੀ ਆ, ਮੈਂ ਇੰਨੇ ਪੈਸੇ ਪਵਾਏ ਆ, ਇੰਨਾ ਚਿਰ ਤੇ ਮੈਂ ਜਾਣਾ ਹੀ ਨਹੀਂ ਕਿਤੇ। ਨਹੀਂ, ਇਸ ਕਰਕੇ ਸਵਾਸ ਸਵਾਸ ਨਾਮ ਜਪ ਬਿਰਥਾ ਸਾਸ ਮਤ ਖੋਏ, ਕਿਆ ਜਾਨੋ ਅੰਤ ਕੋ ਇਹੀ ਸਾਸ ਨਾ ਹੋਏ। ਭਾਈ ਗੁਰਦਾਸ ਸਾਹਿਬ ਜੀ ਨੇ ਇਸੇ ਪ੍ਰਕਰਨ ਨੂੰ ਲਿਖਿਆ। ਕਹਿੰਦੇ ਜੈਸੇ ਘਰ ਲਾਗੇ ਆਗ, ਜਾਗ ਕੂਆ ਖੋਦਿਓ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਐ। ਕਹਿੰਦੇ ਜਿਵੇਂ ਘਰ ਵਿੱਚ ਅੱਗ ਲੱਗ ਜੇ, ਉਹ ਕਹੇ ਕਿ ਹੁਣ ਮੈਂ ਅੱਗ ਬੁਝਾਉਣ ਦੇ ਵਾਸਤੇ ਖੂਹ ਦਾ ਪ੍ਰਬੰਧ ਕਰਦਾ, ਪਹਿਲਾਂ ਛੇਤੀ ਛੇਤੀ ਖੂਹ ਪੁੱਟਦੇ ਹਾਂ, ਖੂਹ ਪੁੱਟ ਕੇ ਫਿਰ ਪਾਣੀ ਕੱਢਾਂਗੇ, ਇਹ ਆਪਣੇ ਘਰੋਂ ਹੀ ਨੇੜੇ ਪਾਣੀ ਪਾ ਕਰਕੇ ਤੇ ਅੱਗ ਬੁਝਾ ਲਾਂਗੇ, ਇੱਦਾਂ ਹੋ ਜੂਗਾ। ਖੂਹ ਨੂੰ ਪੁੱਟਦਿਆਂ ਮਹੀਨੇ ਲੱਗ ਜਾਂਦੇ ਆ। ਕਿਸੇ ਨੇ ਬੋਰ ਵੀ ਕਰਨਾ ਹੋਵੇ, ਅੱਜ ਕਿੰਨੇ ਸਾਧਨ ਆ, ਪਰ 3 4 5 8 10 ਦਿਨ ਲੱਗ ਜਾਂਦੇ ਆ। ਜੇ ਵਰਮੇ ਵਾਲਾ ਬੋਰ ਵੀ ਕਰਦੇ ਆ ਅੱਜ ਦੇ ਦਿਨਾਂ 'ਚ, ਹੁਣ ਦੇ ਸਮੇਂ ਵਿੱਚ, ਉਹ ਵੀ 1 2 ਦਿਨ ਉਹਨੂੰ ਵੀ ਲੱਗ ਜਾਣਗੇ। ਉਹਨਾਂ ਚਿਰ ਤੱਕ ਤੇ ਘਰ ਜਿਹੜਾ ਹੈ, ਜਿੱਥੇ ਅੱਗ ਲੱਗੀ ਉਹ ਥਾਂ ਤੇ ਸੜ ਕੇ ਸੁਆਹ ਹੋ ਜਾਏਗਾ। ਫਿਰ ਕਹੇ ਕਿ ਮੈਂ ਹੁਣ ਪਾਣੀ ਕੱਢ ਲਿਆ, ਪਾ ਲੈਣਾ, ਨਹੀਂ। ਇਸੇ ਤਰ੍ਹਾਂ ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅਨਥਾ ਉਦਮ ਜਾਤ ਪਦਵੀ ਨਾ ਪਾਈਐ। 3 ਦ੍ਰਿਸ਼ਟਾਂਤ ਦਿੱਤੇ ਭਾਈ ਸਾਹਿਬ ਜੀ ਨੇ। ਕਹਿੰਦੇ ਵੇਖੋ ਦੂਜਾ ਦ੍ਰਿਸ਼ਟਾਂਤ, ਕਹਿੰਦੇ ਜਿਵੇਂ ਕੋਈ ਜੰਗ ਆ ਪਵੇ, ਕੋਈ ਵਿਰੋਧੀ ਚੜ੍ਹ ਕੇ ਆ ਜਾਏ, ਤੇ ਉਦੋਂ ਕਹੇ ਵੀ ਮੈਂ ਹੁਣ ਇੱਕ ਵਾਰੀ ਪਹਿਲਾਂ ਇਹ ਸ਼ਸਤਰ ਵਿਦਿਆ ਸਿੱਖ ਲਾਂ, ਫਿਰ ਮੈਂ ਲੜਦਾ ਇਹਦੇ ਨਾਲ। ਅਨਥਾ ਉਦਮ, ਵਿਅਰਥ ਹੀ ਉਹਦਾ ਕੀਤਾ ਹੋਇਆ ਉਦਮ ਚਲਾ ਜਾਏਗਾ। ਜਾਇਤ ਪਦਵੀ ਨਾ ਪਾਈਏ, ਜਿੱਤ ਪਦਵੀ ਕਦੀ ਨਹੀਂ ਪ੍ਰਾਪਤ ਹੋ ਸਕਦੀ। ਇਸ ਕਰਕੇ ਕਾਰਜ ਪਹਿਲਾਂ ਹੀ ਕਰਨੇ ਪੈਣੇ ਆ। ਅਜੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੈ ਹਰੇ ਮਨ ਸਾਰਗ ਪਾਣੀ। ਜਿੰਨਾ ਚਿਰ ਤੱਕ ਸਰੀਰ ਕਾਇਮ ਹੈ, ਤਗੜਾ ਹੈ, ਬੁਢੇਪਾ ਨਹੀਂ ਆਇਆ। ਬੁਢੇਪੇ ਦਾ ਵੀ ਰੋਗ ਆ ਨਾ, ਬੁਢੇਪੇ 'ਚ ਬਿਨਾਂ ਹੀ ਸੋ ਠੰਡ ਤੋਂ ਹੱਥ ਪੈਰ ਕੰਬਣ ਲੱਗ ਪੈਂਦੇ ਕਮਜ਼ੋਰੀ ਨਾਲ। ਜ਼ੁਬਾਨ ਜਿਹੜੀ ਜੋ ਤਾੜ ਤਾੜ ਕਰਦੀ ਸੀ, ਉਹ ਹੁਣ ਸਹੀ ਅੱਖਰ ਨਹੀਂ ਨਿਕਲਦਾ, ਅੱਖਾਂ ਤੋਂ ਵੇਖਿਆ ਨਹੀਂ ਜਾਂਦਾ, ਪਛਾਣ ਨਹੀਂ ਆਉਂਦੀ ਕੌਣ ਹੈ। ਸੁਰਤ 'ਚੋਂ ਚੇਤਾ ਭੁੱਲ ਜਾਂਦਾ ਕਿ ਮੈਂ ਕੀ ਕਿਹਾ ਸੀ ਜਾਂ ਕੀ ਮੈਨੂੰ ਚਾਹੀਦਾ। ਇਸ ਤਰ੍ਹਾਂ ਜਦੋਂ ਤੱਕ ਜਰਾ ਰੋਗ ਬੁਢੇਪਾ ਨਹੀਂ ਆਇਆ, ਜਦੋਂ ਤੱਕ ਸਰੀਰ ਨੂੰ ਕਾਲ ਨਹੀਂ ਗਰਸ ਲੈਂਦਾ, ਜਦੋਂ ਤੱਕ ਇਹ ਬਾਣੀ ਜਿਹੜੀ ਹੈ ਅੱਖਰ ਸਹੀ ਬੋਲੇ ਜਾਂਦੇ ਆ, ਤਗੜਾ ਹੋ ਕੇ ਭਾਈ ਪਰਮੇਸ਼ਰ ਦਾ ਨਾਮ ਜਪ ਲੈ। ਪਹਿਲਾਂ
ਬਾਅਦ ਵਿੱਚ ਤੈਨੂੰ ਕੋਈ ਦੁੱਖ ਨਾ ਹੋਵੇ, ਖੇਦ ਨਾ ਹੋਵੇ। ਤੀਜਾ ਦ੍ਰਿਸ਼ਟਾਂਤ ਭਾਈ ਸਾਹਿਬ ਜੀ ਨੇ ਦੇਣਾ ਕੀਤਾ, ਨਿਸ ਸੋਵਤ ਸੰਗਾਤੀ ਚਲ ਜਾਤ, ਪਛ ਭੋਰ ਭਏ ਭਾਰ ਬੰਧ ਚਲੇ ਕਤ ਜਾਈਏ। ਕੋਈ ਯਾਤਰਾ ਤੇ ਗਿਆ, ਪਤਾ ਨਹੀਂ ਕਿੱਥੇ ਜਾਣਾ, ਰਸਤੇ ਦਾ ਨਹੀਂ ਪਤਾ, ਰਾਤ ਕਿਤੇ ਪੜਾ ਕੀਤਾ, ਸੁੱਤੇ ਆ, ਨਾਲ ਦੇ ਸਾਥੀ ਉੱਠ ਕਰਕੇ ਅੰਮ੍ਰਿਤ ਵੇਲੇ ਚਲੇ ਗਏ। ਇਹ ਕਹਿੰਦਾ ਮੈਂ ਲੱਤਾਂ ਸਿੱਧੀਆਂ ਕਰ ਲਾਂ ਜੇ। ਹੁਣ ਦਿਨ ਚੜ੍ਹਿਆ, ਅੱਖਾਂ ਜੀਆਂ ਮਲਦਾ ਵੇਖਣ ਡਿਆ ਕਿ ਕਿੱਧਰ ਗਏ। ਹੁਣ ਇਹ ਭਾਰ ਜਿਹੜਾ ਆਪਣਾ ਚੁੱਕ ਕਰਕੇ ਤੇ ਕਿੱਧਰ ਨੂੰ ਜਾਵੇਗਾ, ਜੋ ਪਤਾ ਹੀ ਨਹੀਂ ਰਾਹ ਖੇੜੇ ਦਾ। ਇਸ ਕਰਕੇ ਇਹ ਤਿੰਨ ਦ੍ਰਿਸ਼ਟਾਂਤ ਦੇ ਕਰਕੇ ਭਾਈ ਸਾਹਿਬ ਜੀ ਫਰਮਾਉਂਦੇ ਹਨ, ਤੈਸੇ ਮਾਇਆ ਧੰਦ ਅੰਧ ਅਬਦ ਵਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਐ। ਇਸੇ ਤਰ੍ਹਾਂ ਮਾਇਆ ਦੇ ਧੰਦਿਆਂ 'ਚ ਜਿਹੜੇ ਅੰਨ੍ਹ ਕਰਨ ਵਾਲੇ ਆ, ਇਹ ਬੰਦਾ ਆਪਣੀ ਉਮਰ ਨੂੰ ਬਤੀਤ ਕਰੀ ਜਾ ਰਿਹਾ। ਦੱਸੋ ਭਾਈ, ਅੰਤ ਵੇਲੇ ਕਿਵੇਂ ਪਰਮੇਸ਼ਰ ਦੇ ਨਾਮ ਵਿੱਚ ਲਿਵ ਲਾ ਲੇਗਾ? ਜਿਹਨੇ ਸਾਰੀ ਉਮਰ ਨਹੀਂ ਜਪਿਆ, ਉਹ ਅੰਤ ਵੇਲੇ ਆਖੇ ਕਿ ਉਹਨੂੰ ਕਹੋ ਕੋਈ ਭਾਈ ਜਾਪੋ, ਕਿਵੇਂ ਜਪ ਲੇਗਾ? ਜਿਸ ਸਥਾਨ ਤੇ ਕੋਈ ਪਹਿਲਾਂ ਪੈੜ ਪਈ ਹੈ ਨਾ, ਰਾਹ ਬਣਿਆ, ਡੰਡੀ ਬਣੀ, ਉਧਰ ਨੂੰ ਹੀ ਤੁਰੂਗਾ ਨਾ। ਜੇ ਕੋਈ ਪੂਰਨਾ ਪਾਇਆ ਹੀ ਨਹੀਂ ਪਹਿਲਾਂ, ਤੇ ਉੱਪਰ ਕਿਵੇਂ ਓਂਕਾਰ ਲੂਗਾ, ਉੱਪਰ ਕਿਵੇਂ ਅੱਖਰ ਉੱਕਰ ਦੂਗਾ? ਇਸ ਕਰਕੇ ਸਾਰੀ ਉਮਰ ਜਿੰਨਾ ਨਾਮ ਜਪਿਆ, ਤੇ ਉਹਨੂੰ ਅੰਤ ਵੇਲੇ ਵੀ ਪਰਮੇਸ਼ਰ ਦਾ ਨਾਮ ਹੀ ਚੇਤੇ ਆਉਣਾ। ਭਾਈ ਗੁਰਦਾਸ ਸਾਹਿਬ ਜੀ ਔਰ ਧੰਨ ਭਗਤ ਕਬੀਰ ਜੀ ਫਰਮਾਉਂਦੇ ਹਨ, ਭਾਈ ਤਗੜਾ ਹੋ ਕੇ ਨਾਮ ਜਪ ਲਾ, ਜਿੰਨਾ ਚਿਰ ਤੱਕ ਸਰੀਰ ਦੇ ਵਿੱਚ ਪ੍ਰਾਣ ਹਨ। ਫਿਰ ਪਛਤਾਉਣਾ ਪਵੇਗਾ ਜਦੋਂ ਪ੍ਰਾਣ ਛੁੱਟ ਗਏ। ਇੱਥੋਂ ਤੱਕ ਇਹ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਆ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਕਬੀਰ ਲੂਟਣਾ ਹੈ ਤਾ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਓਗੇ, ਪ੍ਰਾਨ ਜਾਏਂਗੇ ਛੂਟ।